ਅੱਜ ਅਸੀਂ ਗੱਲ ਕਰਾਂਗੇ ਸਟੀਵਨ ਆਰ ਕੋਵੀ ਦੀ ਪਪੂਲਰ ਬੁੱਕ ਦ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਦੇ ਵਿੱਚ ਦੱਸੀ 4th ਹੈਬਿਟ ਥਿੰਕ ਵਿਨ ਵਿਨ ਦੇ ਬਾਰੇ। ਕੰਪੀਟੀਸ਼ਨ, ਮੁਕਾਬਲਾ ਜਾਂ ਪ੍ਰਤੀਯੋਗਿਤਾ ਇੱਕ ਐਸੀ ਵਿਚਾਰਧਾਰਾ ਹੈ ਜਿਹਦੇ ਬਾਰੇ ਅਸੀਂ ਰੋਜ਼ ਹੀ ਆਪਣੀ ਜ਼ਿੰਦਗੀ ਦੇ ਵਿੱਚ ਸੁਣਦੇ ਆਉਂਦੇ ਹਾਂ। ਫਰਜ਼ ਕਰੋ ਇੱਕ ਮਿਊਜ਼ੀਕਲ ਗਰੁੱਪ ਦੇ ਸਾਹਮਣੇ ਬੈਠ ਕੇ ਤੁਸੀਂ ਉਹਨਾਂ ਕਲਾਕਾਰਾਂ ਕੋਲੋਂ ਕੋਈ ਗੀਤ ਸੁਣ ਰਹੇ ਹੋਵੋ ਅਤੇ ਉਸ ਗੀਤ ਨੂੰ ਸੁਰੀਲਾ ਅਤੇ ਮਧੁਰ ਬਣਾਉਣ ਦੇ ਲਈ ਹਰ ਕਲਾਕਾਰ ਆਪਣਾ ਕਿਰਦਾਰ ਅਦਾ ਕਰ ਰਿਹਾ ਹੋਵੇ ਅਤੇ ਇਹਨਾਂ ਸਾਰਿਆਂ ਦੀ ਇਕੱਠੀ ਮਿਹਨਤ ਦੇ ਨਾਲ ਉਸ ਗੀਤ ਦਾ ਆਊਟਪੁੱਟ ਸਾਡੇ ਕੰਨਾਂ ਨੂੰ ਬਹੁਤ ਹੀ ਸੁੰਦਰ ਸੁਣਾਈ ਦੇ ਰਿਹਾ ਹੋਵੇ। ਹੁਣ ਇਸੇ ਵਿਚਾਰ ਦੇ ਅੰਦਰ ਜਰਾ ਇਹ ਵੀ ਸੋਚ ਕੇ ਦੇਖੋ ਕਿ ਜੇਕਰ ਇਹ ਸਾਰੇ ਕਲਾਕਾਰ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਨ ਲੱਗ ਜਾਣ, ਇੱਕ ਦੂਸਰੇ ਨੂੰ ਬੀਟ ਕਰਨ ਲੱਗ ਜਾਣ, ਇੱਕ ਦੂਸਰੇ ਨਾਲ ਕੰਪੀਟ ਕਰਨ ਲੱਗ ਜਾਣ ਤੇ ਇਸ ਗੀਤ ਦਾ ਆਊਟਪੁੱਟ ਕੀ ਹੋਏਗਾ? ਤੁਹਾਨੂੰ ਇਹ ਅਨੁਭਵ ਹੋਏਗਾ ਇਹ ਗੀਤ ਮਧੁਰਤਾ ਰਹਿਤ ਹੋ ਗਿਆ ਹੈ, ਇਹ ਗੀਤ ਅਸ਼ਾਂਤੀ ਭਰਿਆ ਹੈ, ਪੂਰੀ ਤਰ੍ਹਾਂ ਸਟ੍ਰੈਸਫੁਲ ਹੈ ਅਤੇ ਇਹ ਗੀਤ ਇੱਕਦਮ ਜੀਵਨ ਵਿਹੀਨ ਸੁਣਾਈ ਦੇਗਾ ਅਤੇ ਆਪ ਜੀ ਉਸ ਗੀਤ ਨੂੰ ਜ਼ਿਆਦਾ ਦੇਰ ਸੁਣਨਾ ਪਸੰਦ ਹੀ ਨਹੀਂ ਕਰੋਗੇ। ਕੁਝ ਇਸ ਗੀਤ ਜੈਸਾ ਹੀ ਵਾਪਰ ਰਿਹਾ ਹੈ ਸਾਡੀ ਜ਼ਿੰਦਗੀ ਦੇ ਨਾਲ ਵੀ। ਜਦੋਂ ਤਾਂ ਇਹ ਮੁਕਾਬਲਾ, ਪ੍ਰਤੀਯੋਗਿਤਾ ਜਾਂ ਕੰਪੀਟੀਸ਼ਨ ਦੀ ਵਿਚਾਰਧਾਰਾ ਨੇ ਸਾਡੀ ਜ਼ਿੰਦਗੀ ਦੇ ਅੰਦਰ ਘੇਰਾ ਕੀਤਾ ਹੈ, ਸਾਡੀ ਜ਼ਿੰਦਗੀ ਵੀ ਸਵਾਦਹੀਨ ਹੋ ਚੁੱਕੀ ਹੈ, ਜੀਵਨਹੀਨ ਹੋ ਚੁੱਕੀ ਹੈ ਅਤੇ ਹਰ ਚੀਜ਼ ਸਿਰਫ ਫੋਕਸ ਕਰਦੀ ਹੈ ਇੱਕ ਦੂਸਰੇ ਨੂੰ ਹਰਾਉਣ ਦੇ ਲਈ। ਹੁਣ ਜੇਕਰ ਅਸੀਂ ਇਸ ਤਸਵੀਰ ਤੇ ਨਜ਼ਰ ਪਾਈਏ ਤੇ ਸ਼ੁਰੂਆਤੀ ਦੌਰ 'ਚ ਸਾਨੂੰ ਇਹ ਨਜ਼ਰ ਆ ਰਿਹਾ ਹੈ ਇਹ ਦੋ ਮੈਂਬਰਸ ਦੇ ਵਿੱਚ ਦੇ ਪ੍ਰਤੀਯੋਗਿਤਾ ਜਾਂ ਕੰਪੀਟੀਸ਼ਨ ਦੇ ਬਾਰੇ ਤਸਵੀਰ ਨੂੰ ਦਰਸਾਇਆ ਜਾ ਰਿਹਾ ਹੈ, ਜਿਹਦੇ ਵਿੱਚ ਇਹ ਦੋਨੋਂ ਇੱਕ ਦੂਸਰੇ ਨੂੰ ਹਰਾਉਣਾ ਚਾਹੁੰਦੇ ਹਨ, ਪਰ ਉਸ ਦੇ ਵਿੱਚ ਨਾਕਾਮਯਾਬ ਹੁੰਦਿਆਂ ਅੱਗੇ ਚੱਲ ਕੇ ਇਹਨਾਂ ਦੋਨਾਂ ਨੇ ਆਪਸ 'ਚ ਵਿਚਾਰ ਕੀਤੀ ਹੈ, ਸਵੈ ਪੜਚੋਲ ਕੀਤੀ ਹੈ ਅਤੇ ਇਸੇ ਤਸਵੀਰ ਦੇ ਅੰਦਰ ਅੱਗੇ ਚੱਲ ਕੇ ਇਹ ਨਜ਼ਰ ਆਉਂਦਾ ਹੈ ਕਿ ਇਹ ਦੋਨੋਂ ਹੀ ਵਿਨਰਸ ਬਣਦੇ ਹਨ। ਆਪਣੇ ਆਪ ਦੀ ਸਵੈ ਪੜਚੋਲ ਤੋਂ ਬਾਅਦ, ਆਪਣੀ ਇੰਟਰੋਸਪੈਕਸ਼ਨ ਤੋਂ ਬਾਅਦ ਇਹ ਦੋਨੋਂ ਹੀ ਵਿਨਰਸ ਬਣ ਕੇ ਨਿਕਲਦੇ ਹਨ। ਪੁਰਾਣੀਆਂ 3 ਹੈਬਿਟਸ ਦੇ ਵਿੱਚ ਜਿੱਥੇ ਕਿ ਹੈਬਿਟ 1 ਬੀ ਪ੍ਰੋਐਕਟਿਵ, ਹੈਬਿਟ 2 ਬਿਗਿਨ ਵਿਦ ਦ ਐਂਡ ਇਨ ਮਾਈਂਡ ਅਤੇ ਹੈਬਿਟ 3 ਪੁੱਟ ਫਰਸਟ ਥਿੰਗ ਫਰਸਟ ਦੇ ਵਿੱਚ ਅਸੀਂ ਇਹ ਵਿਚਾਰਿਆ ਸੀ ਕਿ ਸਾਨੂੰ ਪ੍ਰਾਈਵੇਟ ਵਿਕਟਰੀ ਦੀ ਜ਼ਰੂਰਤ ਸਭ ਤੋਂ ਪਹਿਲਾਂ ਪਏਗੀ ਅਤੇ ਅਗਲੀਆਂ ਇਹਨਾਂ 3 ਹੈਬਿਟਸ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਪਬਲਿਕ ਵਿਕਟਰੀ ਦੇ ਬਾਰੇ। ਲੇਕਿਨ ਪਬਲਿਕ ਵਿਕਟਰੀ ਜਾਂ ਲੋਕਾਂ ਦੇ ਨਾਲ ਵਿਚਰਦਿਆਂ ਜਿੱਤਣ ਦੀ ਸੰਭਾਵਨਾ ਬਣਦੀ ਹੀ ਤਾਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਜਿੱਤ ਲਿਆ ਹੋਵੇ, ਮਤਲਬ ਕਿ ਸੈਲਫ ਵਿਕਟਰੀ। ਤੁਸੀਂ ਇਹ ਦਿੱਤੇ ਹੋਏ ਲਿੰਕਸ ਤੇ ਜਾ ਕੇ ਉਹਨਾਂ ਪੁਰਾਣੀਆਂ 3 ਹੈਬਿਟਸ ਨੂੰ ਫਿਰ ਤੋਂ ਦੇਖ ਸਕਦੇ ਹੋ। ਸਟੀਵਨ ਆਰ ਕੋਵੀ ਆਪਣੀ ਕਿਤਾਬ ਦੇ ਅੰਦਰ 4th ਹੈਬਿਟ ਨੂੰ ਵਿਚਾਰਦੇ ਹਾਂ 6 ਤਰ੍ਹਾਂ ਦੇ ਆਲਟਰਨੇਟ ਦੱਸਦੇ ਹਨ ਜੋ ਕਿ ਐਗਜ਼ਿਸਟ ਕਰਦੇ ਹਨ ਕਿਸੇ ਵੀ ਦੋ ਮਨੁੱਖਾਂ ਦੇ ਵਿੱਚ ਦੇ ਵਿਚਾਰਾਂ ਦੀ ਆਊਟਕਮ ਦੇ ਬਾਰੇ। ਸਭ ਤੋਂ ਪਹਿਲਾ ਆਲਟਰਨੇਟ ਵਿਚਾਰਿਆ ਜਾਂਦਾ ਹੈ ਵਿਨ ਲੂਜ਼ ਦੇ ਬਾਰੇ। ਵਿਨ ਲੂਜ਼ ਉਹ ਵਿਚਾਰਧਾਰਾ ਹੈ ਜਿਹੜੀ ਕਾਮਨਲੀ ਅਸੀਂ ਸਾਰੇ ਜਾਣਦੇ ਹਾਂ, ਜਿਹਦੇ ਵਿੱਚ ਇੱਕ ਇਨਸਾਨ ਜਿੱਤਦਾ ਹੈ ਅਤੇ ਦੂਸਰਾ ਇਨਸਾਨ ਹਾਰਦਾ ਹੈ। ਇਹ ਵਿਚਾਰ ਕਹਿੰਦਾ ਹੈ ਕਿ ਮੈਂ ਜਿੱਤਣਾ ਚਾਹੁੰਦਾ ਹਾਂ ਤੇ ਤੁਹਾਨੂੰ ਹਾਰਦਿਆ ਹੋਇਆ ਦੇਖਣਾ ਚਾਹੁੰਦਾ ਹਾਂ, ਕਿਉਂਕਿ ਮੇਰੀ ਕਾਮਯਾਬੀ ਤੁਹਾਡੀ ਨਾਕਾਮਯਾਬੀ ਦੇ ਉੱਤੇ ਹੀ ਡਿਪੈਂਡ ਕਰਦੀ ਹੈ। ਲੇਕਿਨ ਇਹ ਵਿਚਾਰਧਾਰਾ ਆਪਣੇ ਆਪ ਦੇ ਅੰਦਰ ਬਹੁਤ ਸਖਤ ਹੈ ਕਿਉਂਕਿ ਇਹ ਇਸਤੇਮਾਲ ਕਰਦੀ ਹੈ ਆਪਣੇ ਅਹੁਦੇ ਦਾ, ਆਪਣੀ ਤਾਕਤ ਦਾ, ਆਪਣੇ ਚੰਗੇ ਦਿਖਣ ਵਾਲੇ ਕਿਰਦਾਰ ਦਾ ਅਤੇ ਇਹ ਵਿਚਾਰ ਕਿਸੇ ਵੀ ਤਰੀਕੇ ਨੂੰ ਯੂਜ਼ ਕਰਕੇ ਸਿਰਫ ਔਰ ਸਿਰਫ ਜਿੱਤਣ ਦੀ ਗੱਲ ਸਿਖਾਉਂਦਾ ਹੈ ਅਤੇ ਲੋਕਾਂ ਦਾ ਫਾਇਦਾ ਉਠਾਉਣਾ ਸਿਖਾਉਂਦਾ ਹੈ ਫਿਜ਼ੀਕਲੀ ਅਤੇ ਇਮੋਸ਼ਨਲੀ ਅਤੇ ਸਿਰਫ ਤੇ ਸਿਰਫ ਇਹੀ ਵਿਚਾਰਿਆ ਜਾਂਦਾ ਹੈ ਕਿ ਜਿੱਤਣ ਦੇ ਲਈ ਕਿਹੜਾ ਤਰੀਕਾ ਅਪਣਾਇਆ ਜਾਏ। ਇਹ ਵਿਚਾਰਧਾਰਾ ਸਾਨੂੰ ਸਿਖਾਉਂਦੀ ਜਾਂਦੀ ਹੈ ਕਿਸੇ ਵੀ ਹਾਲ ਦੇ ਅੰਦਰ ਲੋਕਾਂ ਦਾ ਫਾਇਦਾ ਚੁੱਕ ਕੇ, ਹਾਲਾਤਾਂ ਦਾ ਫਾਇਦਾ ਚੁੱਕ ਕੇ ਸਿਰਫ ਔਰ ਸਿਰਫ ਜਿੱਤਣ ਦੇ ਬਾਰੇ। ਬਲਕਿ ਇਹਨਾਂ ਖਿਆਲਾਂ ਦੇ ਵਿੱਚ ਜਿਉਂਦਿਆਂ ਜੇਕਰ ਲੋਕੀ ਸਹੀ ਵੀ ਹੋਣ ਅਸੀਂ ਤਾਂ ਵੀ ਉਹਨਾਂ ਦੀ ਮਦਦ ਨਹੀਂ ਕਰ ਪਾਉਂਦੇ ਕਿਉਂਕਿ ਤੁਹਾਡਾ ਆਊਟਕਮ ਸਿਰਫ ਤੇ ਸਿਰਫ ਮਾਪਿਆ ਜਾਂਦਾ ਹੈ ਤੁਹਾਡੇ ਜਿੱਤ ਦੇ ਝੰਡੇ ਦੇ ਨਾਲ। ਇਹ ਵਿਚਾਰਧਾਰਾ ਆਪਣੇ ਆਪ ਦੇ ਅੰਦਰ ਬਹੁਤ ਸੈਲਫ ਸੈਂਟਰਡ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਮਾਰਕੀਟ ਦੇ ਅੰਦਰ ਸਭ ਤੋਂ ਵੱਡਾ ਪੋਰਸ਼ਨ ਜਾਂ ਸਭ ਤੋਂ ਵੱਡਾ ਮਾਰਕੀਟ ਸ਼ੇਅਰ ਸਿਰਫ ਸਾਡਾ ਹੋਣਾ ਚਾਹੀਦਾ ਹੈ। ਲੇਕਿਨ ਇਹ ਵਿਚਾਰਧਾਰਾ ਸਾਨੂੰ ਦੂਸਰਿਆਂ ਤੋਂ ਨਫ਼ਰਤ ਕਰਨਾ ਸਿਖਾਉਂਦੀ ਹੈ, ਦੂਸਰਿਆਂ ਦੀ ਕਾਮਯਾਬੀ ਨਾ ਦੇਖ ਪਾਉਣ ਵਾਲੀ ਮਨੋਸਥਿਤੀ ਤੱਕ ਪਹੁੰਚਾਉਂਦੀ ਹੈ ਅਤੇ ਇਹੋ ਜਿਹੇ ਲੋਕ ਜੇਕਰ ਕਦੇ ਹਾਰ ਜਾਂਦੇ ਨੇ ਤੇ ਇਹੀ ਲੋਕ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਨੇ। ਦੂਸਰਾ ਆਲਟਰਨੇਟ ਪੇਸ਼ ਕੀਤਾ ਗਿਆ ਹੈ ਲੂਜ਼ ਵਿਨ। ਹੁਣ ਲੂਜ਼ ਵਿਨ ਫਿਲਾਸਫੀ ਉਹਨਾਂ ਲੋਕਾਂ ਦੇ ਬਾਰੇ ਗੱਲ ਕਰਦੀ ਹੈ ਜੋ ਆਪਣੇ ਆਪ ਨੂੰ ਹਮੇਸ਼ਾ ਤੇ ਹਮੇਸ਼ਾ ਹਾਰਿਆ ਹੋਇਆ ਫੀਲ ਕਰਦੇ ਹਨ। ਇਹਨਾਂ ਲੋਕਾਂ ਕੋਲ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਵਿਜ਼ਨ ਨਹੀਂ ਹੁੰਦਾ, ਕੋਈ ਮਿਸ਼ਨ ਨਹੀਂ ਹੁੰਦਾ ਅਤੇ ਕਿਸੇ ਵੀ ਵਿਚਾਰਧਾਰਾ ਦੀ ਮਜ਼ਬੂਤੀ ਦੇ ਨਾ ਹੋਣ ਦੇ ਕਾਰਨ ਇਹ ਲੋਕ ਸਿਰਫ ਦੂਸਰਿਆਂ ਨੂੰ ਫੋਲੋ ਕਰਦੇ ਰਹਿੰਦੇ ਹਨ ਅਤੇ ਆਪਣਾ ਕੋਈ ਵੀ ਗੋਲ ਜਾਂ ਉਦੇਸ਼ ਬਣਾ ਹੀ ਨਹੀਂ ਪਾਉਂਦੇ ਹਨ ਅਤੇ ਇਸ ਵਿਚਾਰਧਾਰਾ 'ਚ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਗਰੀਬ
ਅਤੇ ਕਮਜ਼ੋਰ ਸਮਝਦੇ ਰਹਿੰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਅੰਦਰ ਸਮਝੌਤਿਆਂ ਤੋਂ ਬਾਅਦ ਸਮਝੌਤੇ ਹੀ ਕਰਦੇ ਆਉਂਦੇ ਹਨ। ਵਿਨ ਲੂਜ਼ ਕਰਨ ਵਾਲੇ ਲੋਕ ਲੂਜ਼ ਵਿਨ ਵਿਚਾਰਧਾਰਾ ਦੇ ਲੋਕਾਂ ਨੂੰ ਬਹੁਤ ਪਸੰਦ ਕਰਦੇ ਹਨ, ਕਿਉਂਕਿ ਲੂਜ਼ ਵਿਨ ਨੂੰ ਮੰਨਣ ਵਾਲੇ ਲੋਕਾਂ ਨੂੰ ਰੋਂਦਦੇ ਹੋਏ ਵਿਨ ਲੂਜ਼ ਕਰਨ ਵਾਲੇ ਲੋਕ ਹਮੇਸ਼ਾ ਤੋਂ ਫਾਇਦਾ ਉਠਾਉਂਦੇ ਆਏ ਹਨ। ਇਹਨਾਂ ਨੂੰ ਬੁਲੀ ਕੀਤਾ ਜਾਂਦਾ ਹੈ ਪੜ੍ਹਾਈ ਦੇ ਖੇਤਰ ਦੇ ਵਿੱਚ, ਪ੍ਰੋਫੈਸ਼ਨ ਦੇ ਖੇਤਰ ਦੇ ਵਿੱਚ, ਅਤੇ ਕਿਸੇ ਵੀ ਮੈਜੋਰਿਟੀ ਸਟੇਟ ਦੇ ਵਿੱਚ ਇੱਕ ਮਾਈਨੋਰਿਟੀ ਸਟੇਟ ਦੇ ਦਰਜੇ ਵਾਲਿਆਂ ਨੂੰ ਇਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਂਦਾ ਹੈ। ਇਹ ਲੋਕ ਵਿਕਟਿਮ ਮੈਂਟੈਲਿਟੀ ਦੇ ਬੰਦੇ ਜਾਂਦੇ ਹਨ, ਆਪਣੇ ਆਪ ਨੂੰ ਹਮੇਸ਼ਾ ਦੇ ਲਈ ਕਮਜ਼ੋਰ ਅਤੇ ਹਾਰਿਆ ਹੋਇਆ ਐਕਸੈਪਟ ਕਰ ਲੈਂਦੇ ਹਨ। ਇੰਟਰੋਵਰਟ, ਡਿਪਰੈਸ਼ਨ ਅਤੇ ਨਰਵਸ ਬ੍ਰੇਕਡਾਊਨ ਜੈਸੀਆਂ ਚੀਜ਼ਾਂ ਕਾਫੀ ਕਾਮਨ ਪਾਈਆਂ ਜਾਂਦੀਆਂ ਹਨ ਲੂਜ਼ ਵਿਨ ਵਿਚਾਰਧਾਰਾ ਦੇ ਵਿੱਚ। ਤੀਸਰਾ ਆਲਟਰਨੇਟ ਦੱਸਿਆ ਗਿਆ ਹੈ ਲੂਜ਼ ਲੂਜ਼, ਕਿਉਂਕਿ ਮੈਂ ਕਾਮਯਾਬ ਨਹੀਂ ਹੋ ਸਕਦਾ, ਇਸ ਕਰਕੇ ਮੈਂ ਤੁਹਾਨੂੰ ਵੀ ਕਾਮਯਾਬ ਨਹੀਂ ਹੋਣ ਦਿਆਂਗਾ। ਇਹ ਲੋਕ ਹਰ ਹਾਲਤ ਦੇ ਅੰਦਰ ਦੂਸਰੇ ਦਾ ਨੁਕਸਾਨ ਕਰਕੇ ਵੀ ਖੁਸ਼ ਰਹਿੰਦੇ ਹਨ। ਬਿਜ਼ਨੈਸਿਸ ਦੇ ਅੰਦਰ ਇਹ ਪ੍ਰਵਿਰਤੀ ਅਕਸਰ ਦੇਖੀ ਜਾਂਦੀ ਹੈ, ਜਦੋਂ ਦੋ ਪਾਰਟੀਆਂ ਸੇਮ ਕਸਟਮਰ ਦੇ ਕੋਲ ਜਾ ਕੇ ਆਪਣੇ ਕੋਟੇਸ਼ਨਸ ਨੂੰ ਇਸ ਹੱਦ ਤੱਕ ਗਿਰਾਉਂਦੀਆਂ ਜਾਂਦੀਆਂ ਹਨ ਕਿ ਭਾਵੇਂ ਉਸ ਟ੍ਰਾਂਜੈਕਸ਼ਨ ਦੇ ਅੰਦਰ ਦੋਵੇਂ ਹਾਰ ਰਹੇ ਹੋਣ, ਲੇਕਿਨ ਉਹ ਆਪਣੀ ਈਗੋ, ਆਪਣੀ ਅਣਖ ਅਤੇ ਦੂਸਰੇ ਨੂੰ ਖਤਮ ਅਤੇ ਕਮਜ਼ੋਰ ਕਰਨ ਦੀ ਪ੍ਰਵਿਰਤੀ ਨੂੰ ਕਦੇ ਵੀ ਨਹੀਂ ਛੱਡਦੇ ਹਨ। ਅਤੇ ਇਹ ਵਿਚਾਰਧਾਰਾ ਵੀ ਅਲਟੀਮੇਟਲੀ ਨੁਕਸਾਨ ਹੀ ਪਹੁੰਚਾਉਂਦੀ ਹੈ। ਅਸੀਂ ਲੋਕ ਟੀਵੀ ਤੇ ਆਉਣ ਵਾਲੀ ਪੋਲੀਟੀਕਲ ਡਿਸਕਸ਼ਨਸ ਅਕਸਰ ਦੇਖਦੇ ਹਾਂ। ਇਹ ਇੱਕ ਪਰਫੈਕਟ ਐਗਜ਼ਾਮਪਲ ਹੈ ਲੂਜ਼ ਲੂਜ਼ ਵਿਚਾਰਧਾਰਾ ਦਾ, ਕਿਉਂਕਿ ਇੱਕ ਪਾਰਟੀ ਦੂਸਰੀ ਪਾਰਟੀ ਦੀ ਗਲਤੀਆਂ ਗਿਣਾਉਂਦੀ ਹੈ ਅਤੇ ਦੂਸਰੀ ਪਾਰਟੀ ਪਹਿਲੀ ਪਾਰਟੀ ਦੀ ਗਲਤੀਆਂ ਗਿਣਾਉਂਦੀ ਹੈ, ਤੇ ਅਲਟੀਮੇਟ ਰਿਜ਼ਲਟ ਉਸ ਡਿਸਕਸ਼ਨ ਦਾ ਕੁਝ ਵੀ ਨਹੀਂ ਨਿਕਲਦਾ। ਅਤੇ ਉਹਨਾਂ ਡਿਸਕਸ਼ਨਸ ਦੇ ਐਂਕਰ ਜਿਸ ਪਾਸੇ ਚਾਹਣ ਉਸ ਪਾਸੇ ਦੀ ਕੰਕਲੂਜਨ ਬਣਾ ਕੇ ਉਸ ਪ੍ਰੋਗਰਾਮ ਨੂੰ ਖਤਮ ਕਰ ਦਿੰਦੇ ਹਨ। ਅਗਲੀ ਤਰ੍ਹਾਂ ਦੀ ਵਿਚਾਰਧਾਰਾ ਹੈ ਵਿਨ। ਹੁਣ ਵਿਨ ਵਿਚਾਰਧਾਰਾ ਆਪਣੇ ਆਪ ਦੇ ਅੰਦਰ ਬਹੁਤ ਹੀ ਸੈਲਫ ਸੈਂਟਰਿਕ ਹੈ, ਜਾਂ ਕਿ ਉਹ ਸਿਰਫ ਆਪਣੇ ਹੀ ਵਜੂਦ ਦੇ ਬਾਰੇ ਗੱਲ ਕਰਦੀ ਹੈ। ਦੂਸਰਿਆਂ ਦਾ ਹਾਰਨਾ ਜਾਂ ਜਿੱਤਣਾ ਇਹਨਾਂ ਦੇ ਵਾਸਤੇ ਇਮਟੀਰੀਅਲ ਹੁੰਦਾ ਹੈ, ਲੇਕਿਨ ਇਹ ਫੋਕਸ ਜ਼ਰੂਰ ਰਹਿੰਦਾ ਹੈ ਕਿ ਦੂਸਰੇ ਚਾਹੇ ਹਾਰਨ ਜਾਂ ਜਿੱਤਣ, ਸਾਡਾ ਜਿੱਤਣਾ ਤੈਅ ਹੈ। ਪਰ ਇਹ ਵਨ ਸਾਈਡਡ ਵਿਨ ਦੂਸਰੇ ਧੜੇ ਦੇ ਬਾਰੇ ਕੋਈ ਵਿਚਾਰ ਨਹੀਂ ਕਰਨਾ ਚਾਹੁੰਦੀ ਹੈ। ਅਤੇ ਅਗਲੀ ਵਿਚਾਰਧਾਰਾ ਗੱਲ ਕਰਦੀ ਹੈ ਵਿਨ ਵਿਨ ਫਿਲਾਸਫੀ ਦੇ ਬਾਰੇ। ਇਹ ਵਿਚਾਰ ਗੱਲ ਕਰਦਾ ਹੈ ਕੰਸਿਸਟੈਂਟਲੀ ਅਤੇ ਕੰਟੀਨਿਊਸਲੀ ਮਿਊਚੁਅਲ ਬੈਨੀਫਿਟਸ ਨੂੰ ਜਿੱਤਣ ਦੇ ਬਾਰੇ, ਜਿਹਦੇ ਵਿੱਚ ਦੋਨੋਂ ਧੜੇ ਜਿੱਤਣੇ ਚਾਹੀਦੇ ਹਨ। ਇਸ ਦੇ ਵਿੱਚ ਕੀਤੇ ਗਏ ਨਿਰਣੇ ਅਤੇ ਖਿਆਲ ਦੋਨਾਂ ਪਾਰਟੀਆਂ ਦੇ ਲਈ ਫਾਇਦੇ ਦਾ ਸੌਦਾ ਹੋਣੇ ਚਾਹੀਦੇ ਹਨ ਅਤੇ ਦੋਨੋਂ ਧੜੇ ਇਸ ਖਿਆਲ ਤੋਂ ਬਾਅਦ ਖੁਸ਼ ਰਹਿਣੇ ਚਾਹੀਦੇ ਹਨ। ਇਹ ਗੱਲ ਕਰਦੀ ਹੈ ਕੋਆਪਰੇਸ਼ਨ ਦੇ ਬਾਰੇ, ਨਾ ਕਿ ਕੰਪੀਟੀਸ਼ਨ ਦੇ ਬਾਰੇ। ਇਨਫੈਕਟ ਇਸ ਵਿਚਾਰਧਾਰਾ ਦਾ ਇਹ ਮੰਨਣਾ ਹੈ ਕਿ ਦੁਨੀਆ ਦੇ ਅੰਦਰ ਅਬੰਡੈਂਸ ਐਗਜ਼ਿਸਟ ਕਰਦਾ ਹੈ, ਮਤਲਬ ਕਿ ਚੀਜ਼ਾਂ ਬਹੁਤਾਤ ਦੇ ਵਿੱਚ ਹਨ। ਉਹ ਆਪਣਾ ਅਲੱਗ ਹੀ ਰਸਤਾ ਅਤੇ ਆਪਣੀ ਅਲੱਗ ਹੀ ਰਾਹ ਬਣਾਉਂਦੇ ਹਨ, ਜਿਹਦੇ ਵਿੱਚ ਕਿਸੇ ਦੇ ਨਾਲ ਕੰਪੀਟ ਨਹੀਂ ਕਰਦੇ, ਬਲਕਿ ਆਪਣੀ ਹੀ ਇੱਕ ਰਾਹ ਬਣਾਉਂਦੇ ਹਨ, ਆਪਣੀ ਹੀ ਇੱਕ ਮਾਰਕੀਟ ਕ੍ਰੀਏਟ ਕਰਦੇ ਹਨ। ਆਪਣੇ ਨੀਸ਼ ਦੇ ਉੱਤੇ ਕੰਮ ਕਰਦੇ ਆ ਉਹ ਆਪਣੀ ਖੁਦ ਦੀ ਹੋਂਦ ਬਣਾਉਂਦੇ ਹਨ ਅਤੇ ਐਗਜ਼ਿਸਟਿੰਗ ਮਾਰਕੀਟ ਨੂੰ ਇਹ ਕੋਈ ਲਿਮਿਟੇਸ਼ਨ ਨਹੀਂ ਮੰਗਦੇ ਹਨ, ਬਲਕਿ ਇਹ ਮਾਰਕੀਟਸ ਨੂੰ ਐਕਸਪੈਂਡ ਕਰਦੇ ਹਨ। ਅਤੇ ਇੱਕ ਇਨਸਾਨ ਦੀ ਜਿੱਤ ਕਿਸੇ ਦੂਸਰੇ ਇਨਸਾਨ ਦੇ ਹਾਰ ਦੇ ਨਾਲ ਤੈਅ ਨਹੀਂ ਕੀਤੀ ਜਾਂਦੀ ਹੈ, ਬਲਕਿ ਇਹ ਦੋਨੋਂ ਧੜਿਆਂ ਨੂੰ ਜਿਤਾਉਣ ਦੇ ਬਾਰੇ ਗੱਲ ਕਰਦੀ ਹੈ। ਇਸ ਦੇ ਫਾਇਦੇ ਵੀ ਲੌਂਗ ਟਰਮ ਹੁੰਦੇ ਹਨ, EMPLOYEES ਵੀ ਕਮਿਟਡ ਰਹਿੰਦੇ ਹਨ, ਲੇਬਰ ਵੀ ਕਮਿਟਡ ਰਹਿੰਦੀ ਹੈ ਅਤੇ ਪਰਸਨਲ ਰਿਲੇਸ਼ਨ ਦੇ ਵਿੱਚ ਉਹ ਰਿਸ਼ਤੇ ਬਹੁਤ ਦੂਰੀ ਤੱਕ ਚੱਲਦੇ ਹਨ ਜਿਹੜੇ ਦੋਨੋਂ ਸਾਥੀਆਂ ਨੂੰ ਵਿਨ ਵਿਨ ਵਿਚਾਰਧਾਰਾ ਦੇ ਨਾਲ ਜੋੜਦੇ ਹਨ। ਇਸੇ ਦੇ ਨਾਲ ਟਰਸਟ ਪੈਦਾ ਹੁੰਦਾ ਹੈ, ਇਮਾਨਦਾਰੀ, ਇੰਟੈਗ੍ਰਿਟੀ ਪੈਦਾ ਹੁੰਦੀ ਹੈ, ਵਿਸ਼ਵਾਸ ਬਣਦਾ ਹੈ ਅਤੇ ਲੌਂਗ ਟਰਮ ਕਮਿਟਮੈਂਟ ਬਣਦੀਆਂ ਹਨ। ਆਖਰੀ ਵਿਚਾਰਧਾਰਾ ਸਟੀਵਨ ਆਰ ਕੋਵੀ ਦੱਸਦੇ ਹਨ ਨੋ ਡੀਲ। ਉਹਨਾਂ ਦਾ ਇਹ ਮੰਨਣਾ ਹੈ ਕਿ ਜੇਕਰ ਅਸੀਂ ਵਿਨ ਵਿਨ ਡੀਲ ਤੱਕ ਨਾ ਪਹੁੰਚ ਸਕੀਏ, ਜਿਹਦੇ ਵਾਸਤੇ ਹੋ ਸਕਦਾ ਹੈ ਸਾਨੂੰ ਮਲਟੀਪਲ ਟਾਈਮ ਨੈਗੋਸੀਏਸ਼ਨ ਕਰਨੇ ਹੋਣ, ਬਹੁਤ ਦੇਰ ਤੱਕ ਵਿਚਾਰ ਕਰਨੀ ਪਵੇ, ਆਪਣੇ ਰਿਸ਼ਤਿਆਂ ਦੇ ਅੰਦਰ ਕਾਫੀ ਦੇਰ ਤੱਕ ਕਿਸੇ ਵੀ ਖਿਆਲ ਨੂੰ ਦੋਨਾਂ ਦੇ ਫਾਇਦਿਆਂ ਦੇ ਲਈ ਟਟੋਲਣਾ ਪਵੇ, ਲੇਕਿਨ ਤਾਂ ਤੱਕ ਉਹ ਡੀਲ ਵਿਨ ਵਿਨ ਨਹੀਂ ਮੰਨੀ ਜਾ ਸਕਦੀ ਜਦੋਂ ਤੱਕ ਦੋਵੇਂ ਪਾਰਟੀਆਂ ਕੰਫਰਟੇਬਲ ਫੀਲ ਨਾ ਕਰਨ। ਜੇਕਰ ਤੁਸੀਂ ਵਿਨ ਵਿਨ ਤੱਕ ਨਾ ਪਹੁੰਚ ਸਕੋ, ਇਟ ਇਜ਼ ਬੈਟਰ ਟੂ ਹੈਵ ਨੋ ਡੀਲ। ਹੁਣ ਇਹ ਸਾਰੇ ਆਲਟਰਨੇਟਿਵ ਸਾਰੇ ਲੋਕਾਂ ਦੇ ਲਈ ਜ਼ਿੰਦਗੀ ਦੇ ਹਾਲਾਤਾਂ ਦੇ ਮੁਤਾਬਕ ਵੱਖਰੇ ਵੱਖਰੇ ਹੋ ਸਕਦੇ ਹਨ। ਕਿਸੇ ਵੀ ਵਿਚਾਰ ਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਦੇ ਹਾਲਾਤ ਇਹ ਦੱਸਦੇ ਹਨ ਕਿ ਸਾਨੂੰ ਕਿਸ ਆਲਟਰਨੇਟ ਦੇ ਨਾਲ ਜਾਣਾ ਚਾਹੀਦਾ ਹੈ। ਕਈ ਵਾਰ ਆਪਣੀ ਪਰਸਨਲ ਰਿਲੇਸ਼ਨ ਦੇ ਵਿੱਚ ਅਸੀਂ ਲੂਜ਼ ਵਿਨ ਸਿਲੈਕਟ ਕਰਦੇ ਹਾਂ, ਕਿਉਂਕਿ ਅਸੀਂ ਆਪਣੀ ਰਿਲੇਸ਼ਨਸ਼ਿਪ ਨੂੰ ਉੱਚੀ ਤੰਜ਼ਮੀ ਦਿੰਦੇ ਹਾਂ ਤੇ ਉਸ ਦੇ ਵਿੱਚ ਹਾਰ ਜਾਣਾ ਹੀ ਅਸਲੀ ਜਿੱਤ ਹੁੰਦੀ ਹੈ। ਕਈ ਵਾਰ ਸਾਡੀ ਜ਼ਿੰਦਗੀ ਦੇ ਅੰਦਰ ਕਿਸੇ ਮੂਰਖ ਇਨਸਾਨ ਦੇ ਨਾਲ ਹੀ ਲੜਨਾ ਪੈਂਦਾ ਹੈ ਤੇ ਮੂਰਖ ਇਨਸਾਨ ਦੇ ਨਾਲ ਸਮਾਂ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ ਮੂਰਖੇ ਨਾਲ ਨਾ ਲੁੱਝੀਏ। ਕਈ ਵਾਰ ਜਦੋਂ ਆਪਣੇ ਬੱਚਿਆਂ ਨੂੰ ਭੈੜੀਆਂ ਆਦਤਾਂ ਤੋਂ ਬਚਾਉਣ ਦੀ ਗੱਲ ਕਰਨੀ ਹੋਵੇ, ਉਸ ਵੇਲੇ ਅਸੀਂ ਵਿਨ ਫਿਲਾਸਫੀ ਨੂੰ ਮੰਨਦੇ ਹਾਂ, ਚਾਹੇ ਉਹ ਐਲਕੋਹਲ ਅਬਿਊਜ਼ ਹੋਵੇ, ਚਾਹੇ ਉਹ ਭੈੜੀ ਸੰਗਤ ਹੋਵੇ। ਉਹਨਾਂ ਤੋਂ ਬਚਾਉਣ ਦੇ ਲਈ ਅਸੀਂ ਦੂਸਰਿਆਂ ਦੀ ਪਰਵਾਹ ਨਾ ਕਰਦੇ ਹਾਂ, ਸਿਰਫ ਆਪਣੇ ਬੱਚਿਆਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਇਹ ਕੰਮ ਨਹੀਂ ਕਰਨੇ ਹਨ। ਅਤੇ ਹੁਣ ਅਖੀਰ ਦੇ ਵਿੱਚ ਜੋ ਸਾਡਾ ਟੌਪਿਕ ਸੀ ਵਿਨ ਵਿਨ ਫਿਲਾਸਫੀ, ਉਹ ਸਭ ਤੋਂ ਜ਼ਿਆਦਾ ਉੱਤਮ ਮੰਨਿਆ ਜਾਂਦਾ ਹੈ, ਕਿਉਂਕਿ ਉਹ ਗੱਲ ਕਰਦਾ ਹੈ ਅਬੰਡੈਂਸ ਦੇ ਬਾਰੇ,
ਮਤਲਬ ਕਿ ਚੀਜ਼ਾਂ ਬਹੁਤਾਤ 'ਚ ਐਗਜ਼ਿਸਟ ਕਰਦੀਆਂ ਹਨ। ਦੂਸਰੇ ਨੂੰ ਕੰਪੀਟ ਕਰਕੇ ਹਰਾ ਕੇ ਅੱਗੇ ਨਿਕਲ ਜਾਣ ਵਾਲੀ ਫਿਲਾਸਫੀ ਸਿਰਫ ਇੱਕ ਵਿਚਾਰਧਾਰਾ ਹੈ। ਵਿਨ ਵਿਨ ਫਿਲਾਸਫੀ ਗੱਲ ਕਰਦੀ ਹੈ ਕ੍ਰੀਏਟੀਵਿਟੀ ਦੀ, ਇਨੋਵੇਸ਼ਨ ਦੀ, ਆਪਣੇ ਮਾਰਕੀਟਸ ਨੂੰ ਐਕਸਪੈਂਡ ਕਰਨ ਦੀ, ਅਤੇ ਇਹ ਵਿਚਾਰਧਾਰਾ ਮੰਨਦੀ ਹੈ ਸਰਬੱਤ ਦੇ ਭਲੇ ਦੀ। ਆਈ ਐਮ ਸ਼ੋਰ ਆਪ ਜੀ ਨੂੰ ਇਹ ਸੀਰੀਜ਼ ਪਸੰਦ ਆ ਰਹੀ ਹੋਏਗੀ ਅਤੇ ਅੱਗੇ ਆਉਣ ਵਾਲੀ ਸੀਰੀਜ਼ ਨੂੰ ਆਪ ਇਸੇ ਤਰੀਕੇ ਫੋਲੋ ਕਰਦੇ ਰਹੋਗੇ। ਥੈਂक्स फॉर वॉचिंग। बाय।